ਹੁਣ ਅਸੀਂ ਚਰਚਾ ਕਰਨੀ ਆ ਕਿਰਿਆ ਐਕਟੀਵਿਟੀ 2.1 ਦੇ ਬਾਰੇ। ਇਹ ਐਕਟੀਵਿਟੀ ਸਟਾਰਟ ਕਰਨ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਆਇਓਡੀਨ ਦਾ ਘੋਲ ਸਟਾਰਚ ਦੇ ਨਾਲ ਮਿਲਦਾ ਆ, ਮਿਕਸ ਹੁੰਦੇ ਆ ਦੋਨੇ, ਤਾਂ ਜਿਹੜਾ ਸਟਾਰਚ ਆ ਉਹ ਜਾਮਣੀ ਜਾਂ ਨੀਲਾ ਹੋ ਜਾਂਦਾ। ਅਸੀਂ ਪਹਿਲਾਂ ਵੀ ਇਹ 6ਵੀਂ ਕਲਾਸ ਵਿੱਚ ਪੜ੍ਹ ਚੁੱਕੇ ਹਾਂ। ਭੋਜਨ ਦੇ ਵਿੱਚ ਜੇ ਅਸੀਂ ਸਟਾਰਚ ਦੀ ਮੌਜੂਦਗੀ ਪਤਾ ਕਰਨੀ ਆ, ਅਸੀਂ ਕੁਝ ਬੂੰਦਾਂ ਆਇਓਡੀਨ ਦੀਆਂ ਪਾਉਂਦੇ ਸੀ ਭੋਜਨ ਦੇ ਉੱਪਰ। ਭੋਜਨ ਦੇ ਵਿੱਚ ਜਿਹਦੇ ਵਿੱਚ ਸਟਾਰਚ ਹੁੰਦਾ ਸੀਗਾ, ਜੇ ਉਸ ਦਾ ਕਲਰ ਜਾਮਣੀ ਜਾਂ ਨੀਲਾ ਆ ਜਾਂਦਾ ਸੀਗਾ, ਇਸ ਦਾ ਮਤਲਬ ਇਹ ਹੁੰਦਾ ਸੀ ਕਿ ਭੋਜਨ ਦੇ ਵਿੱਚ ਜਿਹੜਾ ਸਟਾਰਚ ਨਿਸ਼ਾਸ਼ਤਾ ਮੌਜੂਦ ਆ। ਹੁਣ ਇਹਦੇ ਬੇਸਿਸ 'ਤੇ ਜਿਹੜੀ ਸਾਡੀ ਇਹ ਵਾਲੀ ਐਕਟੀਵਿਟੀ ਹੈਗੀ ਆ। ਓਕੇ, ਇਹਦੇ ਵਿੱਚ ਅਸੀਂ ਕੀ ਕਰਾਂਗੇ, ਦੋ ਪਰਖਣ ਵਾਲੀਆਂ ਲਵਾਂਗੇ। ਇੱਕ ਪਰਖਣ ਵਾਲੀ A ਲਵਾਂਗੇ ਅਤੇ ਦੂਸਰੀ ਪਰਖਣ ਵਾਲੀ ਲਵਾਂਗੇ B। ਪਰਖਣ ਵਾਲੀ A ਦੇ ਵਿੱਚ ਅਸੀਂ ਉਬਲੇ ਹੋਏ ਚਾਵਲ ਪਾਵਾਂਗੇ ਅਤੇ ਥੋੜ੍ਹਾ ਜਿਹਾ ਪਾਣੀ ਪਾ ਦੇਵਾਂਗੇ, ਉਹਦਾ ਘੋਲ ਬਣਾ ਲਵਾਂਗੇ। ਫਿਰ ਪਰਖਣ ਵਾਲੀ B ਦੇ ਵਿੱਚ ਵੀ ਉਬਲੇ ਚਾਵਲ ਪਾਵਾਂਗੇ, ਪਰ ਉਹਦੇ ਵਿੱਚ ਚਿੱਥੇ ਹੋਏ ਚਾਵਲ ਪਾਵਾਂਗੇ ਅਸੀਂ, ਚਿੱਥ ਕੇ, ਮੂੰਹ ਦੇ ਰਾਹੀਂ ਚਿੱਥ ਕੇ ਫਿਰ ਉਸਨੂੰ ਪਰਖਣ ਵਾਲੀ B ਦੇ ਵਿੱਚ ਪਾ ਕੇ ਥੋੜ੍ਹਾ ਜਿਹਾ ਪਾਣੀ ਪਾ ਕੇ ਉਸ ਦਾ ਘੋਲ ਦੇ ਰੂਪ ਵਿੱਚ ਇਹਨੂੰ ਰੱਖ ਲਵਾਂਗੇ। ਹੁਣ ਡ੍ਰੌਪਰ ਦੀ ਸਹਾਇਤਾ ਨਾਲ ਆਇਓਡੀਨ ਦੀਆਂ ਕੁਝ ਬੂੰਦਾਂ ਅਸੀਂ ਪਰਖਣ ਵਾਲੀ A ਅਤੇ ਪਰਖਣ ਵਾਲੀ B ਦੇ ਵਿੱਚ ਦੋਵਾਂ ਵਿੱਚ ਪਾਵਾਂਗੇ। ਹੁਣ ਅਸੀਂ ਇੱਥੇ ਦੇਖਾਂਗੇ ਜਿਹੜਾ ਪਰਖਣ ਵਾਲੀ A ਦੇ ਵਿੱਚ ਆ, ਜਿਹੜਾ ਸਾਡੇ ਕੋਲ ਉਬਲੇ ਹੋਏ ਚਾਵਲ ਸੀਗੇ, ਉਹਦਾ ਰੰਗ ਹੋ ਗਿਆ ਪਰਪਲ, ਕਿਉਂਕਿ ਜਿਹੜਾ ਸਾਡੇ ਚਾਵਲ ਆ ਉਹਦੇ ਵਿੱਚ ਹੁੰਦਾ ਸਟਾਰਚ। ਜਦੋਂ ਆਇਓਡੀਨ ਦਾ ਘੋਲ ਉਹਦੇ ਵਿੱਚ ਪਿਆ ਅਤੇ ਸਟਾਰਚ ਕਿਹਦੇ ਵਿੱਚ ਬਦਲ ਗਿਆ, ਜਾਮਣੀ ਜਾਂ ਨੀਲੇ ਦੇ ਵਿੱਚ। ਇੱਥੇ ਜਾਮਣੀ ਆਇਆ ਕਲਰ ਸਾਡਾ। ਹੁਣ ਇਹਦੇ ਵਿੱਚ ਜਿਹੜਾ ਕਲਰ ਆ ਕੁਛ ਨਹੀਂ ਆਇਆ ਇਹਦੇ ਵਿੱਚ ਮੈਂ ਪਹਿਲਾਂ ਦੱਸਿਆ ਸੀਗਾ, ਜਦੋਂ ਅਸੀਂ ਕੋਈ ਚੀਜ਼ ਖਾਂਦੇ ਹਾਂ, ਕੋਈ ਭੋਜਨ ਪਦਾਰਥ ਨੂੰ ਚੱਬਦੇ ਹਾਂ, ਤਾਂ ਸਾਡੇ ਮੂੰਹ ਦੇ ਵਿੱਚ ਲਾਰ ਉਹਦੇ ਨਾਲ ਮਿਕਸ ਹੋ ਜਾਂਦੀ ਹੈ। ਲਾਰ ਦੇ ਵਿੱਚ ਹੁੰਦਾ ਸਲਾਈਵਰੀ ਇਮਾਈਲੇਜ਼ ਦਾ ਇੱਕ ਨਾਮ ਦਾ ਇੱਕ ਐਂਜ਼ਾਈਮ ਹੁੰਦਾ ਹੈ, ਜਿਹੜਾ ਕਿ ਭੋਜਨ ਦੇ ਵਿੱਚ ਸਟਾਰਚ ਨੂੰ ਖੰਡ ਵਿੱਚ ਬਦਲ ਦਿੰਦਾ ਹੈ। ਹੁਣ ਜਿਹੜਾ ਇੱਥੇ ਹੈ, ਇੱਥੇ ਸਟਾਰਚ ਨਹੀਂ ਰਿਹਾ, ਇੱਥੇ ਖੰਡ ਆ ਗਈ। ਹੁਣ ਜਦੋਂ ਆਇਓਡੀਨ ਦੀਆਂ ਬੂੰਦਾਂ ਖੰਡ 'ਤੇ ਪਈਆਂ, ਉਹਦੇ ਵਿੱਚ ਕੋਈ ਅਸਰ ਹੀ ਨਹੀਂ ਹੋਣਾ, ਕਿਉਂਕਿ ਆਇਓਡੀਨ ਦੀਆਂ ਬੂੰਦਾਂ ਸਿਰਫ ਸਟਾਰਚ 'ਤੇ ਅਸਰ ਦਿੰਦੀਆਂ, ਜਾਮਣੀ ਜਾਂ ਕਾਲਾ ਜਾਂ ਫਿਰ ਨੀਲਾ ਕਰਦੀਆਂ। ਓਕੇ, ਹੁਣ ਸਿੱਟਾ ਅਸੀਂ ਇਹ ਕੱਢ ਸਕਦੇ ਹਾਂ ਕਿ ਜਿਹੜਾ ਸਾਡਾ ਭੋਜਨ ਪਦਾਰਥ ਆ ਉਹਦੇ ਵਿੱਚ ਜਦੋਂ ਲਾਰ ਮਿਕਸ ਹੋ ਜਾਂਦੀ ਹੈ, ਸਲਾਈਵਾ ਜਿਹਨੂੰ ਕਹਿੰਦੇ ਆ, ਉਹ ਕਿਹਦੇ ਵਿੱਚ ਬਦਲ ਜਾਂਦਾ, ਭੋਜਨ ਦੇ ਵਿੱਚ ਜਿਹੜਾ ਸਟਾਰਚ ਹੁੰਦਾ ਖੰਡ ਦੇ ਵਿੱਚ ਬਦਲ ਜਾਂਦਾ ਉਹ। ਇਹ ਸਾਡਾ ਛੋਟੀ ਜਿਹੀ ਸਾਡੀ ਐਕਟੀਵਿਟੀ ਸੀ। ਓਕੇ, ਹੁਣ ਅਸੀਂ ਗੱਲ ਕਰਨੀ ਆ ਦੰਦਾਂ ਦੀ। ਜਿਹੜੇ ਦੰਦ ਹੁੰਦੇ ਸਾਡੇ ਜਬਾੜੇ ਵਿੱਚ ਫਿਕਸ ਹੋਏ ਹੁੰਦੇ ਆ, ਦੇ ਆਰ ਫਿਕਸਡ ਇਨ ਦਾ ਜੋਸ। ਹੁਣ ਦੰਦਾਂ ਦੇ ਉੱਪਰ ਇੱਕ ਪਰਤ ਚੜੀ ਹੁੰਦੀ ਹੈ ਜਿਸ ਨੂੰ ਅਸੀਂ ਕਹਿੰਦੇ ਆ ਇਨੈਮਲ। ਇਹ ਸਾਡੇ ਸਰੀਰ ਦਾ ਸਭ ਤੋਂ ਸਖਤ ਹਿੱਸਾ ਹੁੰਦਾ ਹੈ। ਜਿਹੜਾ ਇਨੈਮਲ ਆ ਸਰੀਰ ਦਾ ਇੱਕ ਸਭ ਤੋਂ ਸਖਤ ਹਿੱਸਾ ਹੈ। ਇਟ ਇਜ਼ ਵੈਰੀ ਹਾਰਡ। ਓਕੇ, ਮਨੁੱਖ ਦੇ ਜਿਹੜੇ ਦੰਦ ਹੁੰਦੇ ਆ 32 ਦੰਦ ਹੁੰਦੇ ਆ, 16 ਉੱਪਰਲੇ ਜਬਾੜੇ ਵਿੱਚ ਅਤੇ 16 ਹੀ ਥੱਲੜੇ ਜਬਾੜੇ, ਹੇਠਲੇ ਜਬਾੜੇ ਵਿੱਚ। ਮਨੁੱਖੀ ਜੀਵਨ ਦੇ ਵਿੱਚ ਦੰਦਾਂ ਦੇ 2 ਸੈੱਟ ਆਉਂਦੇ ਆ। ਬਚਪਨ ਦੇ ਵਿੱਚ 20 ਦੰਦ ਆਉਂਦੇ ਆ, ਜਿਸ ਨੂੰ ਅਸੀਂ ਕਹਿੰਦੇ ਆ ਦੁੱਧ ਦੇ ਦੰਦ ਜਾਂ ਫਿਰ ਮਿਲਕ ਟੀਥਸ। ਹੁਣ 6 ਤੋਂ 8 ਸਾਲ ਦੀ ਉਮਰ ਦੇ ਵਿੱਚ ਇਹ ਵਾਲੇ ਦੰਦ ਨਿਕਲ ਜਾਂਦੇ ਆ। ਫਿਰ ਉਸ ਤੋਂ ਬਾਅਦ ਦੰਦ ਆਉਂਦੇ ਆ ਸਥਾਈ ਦੰਦ ਜਾਂ ਟੈਂਪਰੇਰੀ ਦੰਦ, ਉਹ ਆਉਂਦੇ ਆ ਸਾਡੇ 32 ਦੰਦ। ਹੁਣ ਇਹ ਜਿਹੜੇ 32 ਦੰਦ ਆ ਇਹ 4 ਤਰ੍ਹਾਂ ਦੇ ਹੁੰਦੇ ਆ। ਇਹ ਹੁੰਦੇ ਆ ਤਿੱਖੇ ਦੰਦ, ਇਹਨਾਂ ਨੂੰ ਕਹਿੰਦੇ ਅਸੀਂ ਇਨਸੀਜ਼ਰਸ। ਸੂਏ ਦੰਦ ਕੈਨਾਈਨਸ। ਪ੍ਰੀਮੋਲਰ ਦਾੜਾਂ, ਪ੍ਰੀਮੋਲਰ ਟੀਥਸ। ਮੋਲਰ ਦਾੜਾਂ, ਮੋਲਰ ਟੀਥਸ। ਹੁਣ ਇਹਦੇ ਬਾਰੇ ਇਕੱਲੇ ਬਾਰੇ ਅਸੀਂ ਚਰਚਾ ਕਰਦੇ ਹਾਂ। ਹੁਣ ਜਿਹੜੇ ਤਿੱਖੇ ਦੰਦ ਹੁੰਦੇ ਆ, ਇਹ ਕੱਟਣ ਵਾਲੇ ਦੰਦ ਇਸ ਨੂੰ ਕਹਿੰਦੇ ਆ, ਦੇ ਆਰ ਕਟਿੰਗ ਟੀਥਸ। ਇਹ ਸਾਡੇ 2 ਥੱਲੇ ਹੁੰਦੇ ਦੰਦ ਅਤੇ ਹੇਠਲੇ ਜਬਾੜੇ ਦੇ ਵਿੱਚ, ਅਤੇ 2 ਹੀ ਉੱਪਰਲੇ ਜਬਾੜੇ 'ਚ ਹੁੰਦੇ ਆ। ਕੁੱਲ ਹੁੰਦੇ ਆ 2 + 2 4। ਅੱਗੇ ਆ ਗਏ ਸੂਏ ਦੰਦ, ਜਿਨ੍ਹਾਂ ਨੂੰ ਅਸੀਂ ਕਹਿੰਦੇ ਕਨਾਈਨਸ। ਇਹ ਹੁੰਦਾ ਫਾੜਨ ਵਾਲੇ ਦੰਦ। ਦੇ ਆਰ ਯੂਜ਼ਡ ਫॉर ਟੀਅਰਿੰਗ। ਟੀਅਰਿੰਗ ਨੂੰ ਕਹਿੰਦੇ ਫਾੜਨਾ, ਠੀਕ ਹੈ। ਇਹ ਜਿਹੜੇ ਆ, ਇਹ ਵੀ ਸਾਡੇ ਜਿਹੜੇ 4 ਦੇ ਸੈੱਟ ਹੁੰਦੇ ਆ। 4 ਥੱਲੇ ਹੁੰਦੇ ਆ, 4 ਉੱਪਰ, 2 ਇੱਧਰਲੇ ਪਾਸੇ,
दो इधरले पासे, दो दो चार, ये हेठला जवाड़ा हो गया। हुण उपरले जवाड़े दे विच भी चार ही हुंदे आ, जिहड़े इधरली साइड ते जिहड़े दंद हुंदे आ वो हुंदे कैनाइन्स। दो इधर दो इधर, दो दो चार, हेठला जवाड़ा हो गया, उपरले जवाड़े विच भी चार, कुल हुंदे 8 दंद। 4 जमा 4 8। हुण अगले दंद हुंदे आ प्री मोलर दाड़ा, जिसनों असीं कहने आ प्री मोलर टीथ्स। ये दंद जिहड़े हुंदे आ चबाउण अते पीसण वास्ते हुंदे आ। दे आर यूज्ड फॉर क्रशिंग एंड ग्राइंडिंग। हुण ये भी हेठले जवाड़े विच 4 दंद हुंदे आ ते उपरले जवाड़े विच भी 4 दंद हुंदे आ, 2 इधरली साइड ते 2 इधरली साइड ते। हेठले जवाड़े विच 2 2, फिर उपरले जवाड़े विच भी 2 2, कुल हुंदे दंद 4 हुंदे आ हेठले जवाड़े च ते 4 ही उपरले जवाड़े विच। 4 जमा 4 8 दंद हुंदे आ ये प्री मोलर दाड़ा। हुण अगे आ गए मोलर दाड़ा। जिहड़ियां मोलर दाड़ा हुंदियां वो 6 हुंदियां हेठले जवाड़े च ते 6 ही उपरले जवाड़े दे विच। 3 इधरले पासे 3 इधरले पासे, ठीक है। हेठला जवाड़ा हो गया, उपरले जवाड़े विच भी 3 3, कुल हो गए साढ़े 6 जमा 6 12 दंद ये वाले। दे आर यूज फॉर क्रशिंग एंड ग्राइंडिंग। हुण कुल दंद असीं देख लैंदे आ किन्ने बनदे आ। 2 2 4 4 हो गए, 4 4 8 8 4 12, 12 ते 8 12 8 20, 6 6 12, 20 ते 12 32, कुल हो गए साढ़े 32 दंद। ये दिखा भी दिना मैं, एक डायग्राम की सहायता नाल दिखा दिना इसनूं। आ जिहड़े साडे दंद आ ये वाले हैगे तिखे दंद। ये मान लो कि हेठला जवाड़ा आ, 2 तिखे दंद थल्ले हुंदे आ ते 2 ही उपर, 2 2 4 हो गए। हुण जिहड़ी साडीआं कैनाइन्स आ सूए, 2 इधरले पासे 2 इधरले पासे, हेठला जवाड़ा, उपरले जवाड़े दे विच भी 2 इधरले पासे 2 इधरले पासे, 4 हेठा ते 4 ही उपर। ओके, अगली गल कीती प्री मोलर दाड़ा दी। जिहड़ियां प्री मोलर दाड़ा आ, 2 इधरले पासे 2 इधरले पासे, हेठला जवाड़ा, हेठले जवाड़े विच 4 4 ही इदां ही उपर, 2 इधरले पासे 2 इधरले पासे, कुल हो गया 4 4 8। ये बड़ियां हो गए साडे प्री मोलर दाड़ा। हुण अगे गल करनी असीं मोलर दाड़ा दे। ये की हुंदे 3 इधरले पासे 3 ही इधरले पासे प्री मोलर दाड़ा जिहड़ियां हुंदियां। हेठले जवाड़े विच 3 जमा 3 6, इदां ही 6 उपरले जवाड़े दे विच। कुल दंद हो गए ये वाले 12। एक बारी फिर दस दिना मैं, जिहड़े साडे तिखे दंद हुंदे आ वो कट्टण, तिखे दंद नूं असीं कहने इंसीजर्स। ये हुंदे कट्टण वाले दंद। सूए दंद फाड़न वाले दंद हुंदे आ। हुण जे तुहानूं कुछ इहदे विचों अक्सर क्वेश्चन आ जांदा कि सूए दंद दा की काम आ, तुसीं कहना भोजन नूं फाड़न वास्ते काम आउंदा। तिखे दंदां दा की काम आ, भोजन नूं कट्टण वास्ते। प्री मोलर दाड़ां दा की काम आ, भोजन नूं चबाउण अते पीसण दे वास्ते। मोलर दाड़ां दा की काम आ, फिर इहदा सेम ही काम आ, चबाउणा अते पीसणा, क्रशिंग एंड ग्राइंडिंग। ये सीगी साडी दंदां दे बारे चर्चा। ओके, हुण असीं इत्थे 3 अंगां दी गल करनी आ, जीभ, अन्ननड़ी अते मैदे दी। हुण जे गल करिए असीं जीभ दी, विच इज़ कॉल्ड टंग इन इंग्लिश। ये की आ, मूँह खोड़ दे अंदर हुंदी आ, विच इज़ कॉल्ड बक्कल कैविटी। बक्कल कैविटी दे अंदर हुंदी आ। इस विच ये मांस अते मांसपेशियां तो बनिया एक अंग है। ये हुंदी थोड़ी फ्लैशी मस्कुलर हुंदी आ। इस दा काम की आ, भोजन नूं चबाउण विच एक सहाई हुंदी आ अते भोजन दे विच लार मिलाउण दा काम करदी है। ये भोजन नूं चबाउण अते लार मिलाउण विच सहाई हुंदी है जीभ। हुण जदों भोजन दे विच लार मिक्स हो जांदा, वो आसानी नाल उसका पाचन हो सकता है। इस करके इहदा की काम है, लार नूं भोजन दे विच मिलाउणा। अगला, ये सारे पासे गति कर सकती है। एक इस दे उपर 4 स्वाद हुंदे आ, मिठा, नमकीन, खट्टा ते कौड़ा। इसका तुसी घर भी एक्सपेरीमेंट कर सकते हैं, एक एक्टिविटी बेसिस ते तुसी कर सकते हैं। मिठा, नमकीन, खट्टा ते कौड़ा भोजन लिया के। हुण जिहड़ा इसका सब तो अगला भाग हुंदा है, उस खेतर ते आउंदा सानू मिठा स्वाद। होर किते नहीं आउणा सानू मिठा स्वाद, सिर्फ भोजन के अगले हिस्से ते। मिठे नूं की कहने असीं स्वीट। अच्छा, कोई भी मिठाई खा के तुसी इसका
ਜਿਹੜਾ ਟੈਸਟ ਕਰ ਸਕਦੇ ਹਾਂ। ਹੁਣ ਇਸ ਦੇ ਪਿੱਛੇ ਹੁੰਦਾ ਨਮਕੀਨ ਟੇਸਟ, ਜਿਹੜਾ ਆਹ ਵਾਲਾ ਖੇਤਰ ਆ, ਦੋ ਖੇਤਰ, ਇਹ ਨਮਕੀਨ ਦੇ ਖੇਤਰ ਆ। ਇੱਥੇ ਸਾਨੂੰ ਜਿਹੜਾ ਨਮਕੀਨ ਟੇਸਟ ਆਉਣਾ, ਤੇ ਹੁਣ ਵਿਚ ਇਜ਼ ਕਾਲਡ ਸੌਲਟੀ, ਨਮਕੀਨ ਨੂੰ ਅਸੀਂ ਕਹਿੰਦੇ ਆ ਸੌਲਟੀ। ਇਹਦੇ ਪਿਛਲਾ ਹਿੱਸਾ ਹੁੰਦਾ ਆ, ਉੱਥੇ ਆਉਂਦਾ ਸਾਨੂੰ ਖੱਟਾ ਸਵਾਦ। ਖੱਟਾ ਕੀ ਹੁੰਦਾ? ਸੋਰ ਟੇਸਟ। ਕੋਈ ਵੀ ਤੁਸੀਂ ਨਿੰਬੂ ਜਾਂ ਅੰਬ ਖੱਟਾ ਲੈ ਕੇ ਇਸ ਦਾ ਟੇਸਟ ਕਰ ਸਕਦੇ ਆ। ਉਹ ਸਾਨੂੰ ਟੇਸਟ ਕਿੱਥੇ ਆਉਣਾ? ਸਿਰਫ ਜਿਹੜਾ ਨਮਕੀਨ ਦੇ ਪਿਛਲੇ ਪਾਸੇ ਹਿੱਸਾ, ਥੋੜਾ ਸਾਈਡਾਂ ਤੇ ਆਉਣਾ, ਹਟ ਕੇ ਥੋੜਾ। ਹੁਣ ਜਿਹੜਾ ਸਾਨੂੰ ਕੌੜਾ, ਵਿਚ ਇਜ਼ ਕਾਲਡ ਬਿਟਰ। ਕੋਈ ਵੀ ਕੌੜੀ ਚੀਜ਼ ਖਾ ਕੇ ਤੁਸੀਂ ਦੇਖ ਸਕਦੇ ਆ, ਜਿੱਦਾਂ ਹੁਣ ਕਰੇਲੇ ਦਾ ਰਸ ਤੁਸੀਂ ਖਾ ਕੇ ਦੇਖ ਲਓ, ਤੇ ਸਾਨੂੰ ਜਿਹੜਾ ਟੇਸਟ ਕਿੱਥੇ ਆਉਣਾ ਉਹਦਾ? ਜੀਭ ਦੀ ਬਿਲਕੁਲ ਅਖੀਰ ਤੇ, ਥੋੜਾ ਪਿਛਲੇ ਹਿੱਸੇ ਤੇ ਅੱਗੇ ਜਾ ਕੇ ਸਾਨੂੰ ਕੌੜੇ ਦਾ ਟੇਸਟ ਆਉਣਾ ਹੈ। ਇਹ ਸੀਗਾ ਜੀਭ ਦੇ ਬਾਰੇ। ਹੁਣ ਅਗਲਾ ਹੈਗਾ ਆ ਅੰਨ ਨਲੀ ਬਾਰੇ ਅਸੀਂ ਚਰਚਾ ਕਰਨੀ ਆ, ਵਿਚ ਇਜ਼ ਕਾਲਡ ਓਏਸੋਫੇਗਸ। ਇਸ ਬਾਰੇ ਅਸੀਂ ਪਹਿਲਾਂ ਵੀ ਚਰਚਾ ਕਰ ਚੁੱਕੇ ਹਾਂ ਕਿ ਜਿਹੜੀ ਅੰਨ ਨਲੀ ਆ ਉਹ ਮੂੰਹ ਤੋਂ ਸ਼ੁਰੂ ਹੋ ਕੇ ਗੁਦਾ ਤੱਕ ਜਾਂਦੀ ਹੈ। ਇਹ ਬਹੁਤ ਲੰਬੀ ਹੁੰਦੀ ਹੈ। ਓਕੇ, ਇਹ ਕੀ ਹੈ? ਲੰਬੀ ਪੇਸ਼ੇਦਾਰ ਨਲੀ ਜੋ ਮੂੰਹ ਅਤੇ ਮੈਦੇ ਨੂੰ ਜੋੜਦੀ ਹੈ। ਉੱਪਰਲੇ ਪਾਸੇ ਹੁੰਦਾ ਇਹਦੇ ਮੂੰਹ, ਅਸੀਂ ਡਾਇਗਰਾਮ ਵਿੱਚ ਦੇਖਿਆ ਸੀਗਾ ਹਿਊਮਨ ਡਾਈਜੈਸਟਿਵ ਸਿਸਟਮ ਦੇ। ਆਹ ਹੈਗਾ ਸਾਡਾ ਮੈਦਾ, ਮੂੰਹ ਅਤੇ ਮੈਦੇ ਨੂੰ ਜਿਹੜੀ ਆ ਭੋਜਨ ਨਲੀ ਆ ਉਹ ਕੀ ਹੈ? ਜੋੜਦੀ ਹੈ। ਹੁਣ ਇਹਦੇ ਅੰਦਰ ਇੱਕ ਵਿਚਲੀ ਗਤੀ ਹੁੰਦੀ ਹੈ ਵਿਚ ਇਜ਼ ਕਾਲਡ ਪੈਰਾਸਟਾਲਸਿਸ ਮੂਵਮੈਂਟਸ। ਹੁਣ ਇਹ ਕੀ ਕਰਦੀ ਹੈ? ਪੈਰਾਸਟਾਲਸਿਸ ਮੂਵਮੈਂਟਸ ਦਾ ਕੀ ਕੰਮ ਆ? ਭੋਜਨ ਨੂੰ ਹੌਲੀ ਹੌਲੀ ਕਿੱਥੇ ਤੱਕ ਲੈ ਕੇ ਜਾਣਾ? ਮੈਦੇ ਵਿੱਚ। ਇਸ ਪੈਰਾਸਟਾਲਸਿਸ ਮੂਵਮੈਂਟ ਦਾ ਇਹ ਕੰਮ ਆ। ਹੁਣ ਅਸੀਂ ਗੱਲ ਕਰਨੀ ਆ ਮੈਦੇ ਦੀ, ਵਿਚ ਇਜ਼ ਕਾਲਡ ਸਟਮਕ। ਹੁਣ ਸਟਮਕ ਵਿੱਚ ਕੀ ਹੁੰਦਾ? ਇਹਦੇ ਬਾਰੇ ਪਹਿਲਾਂ ਵੀ ਮੈਂ ਦੱਸਿਆ ਸੀਗਾ। ਇਹ ਜਿਹੜੀ ਸਾਡੀ ਪਾਚਨ ਪ੍ਰਣਾਲੀ ਆ, ਇਹ ਥੋੜਾ ਚੌੜਾ ਹਿੱਸਾ ਆ। ਇਹ ਇੱਕ ਜੇ ਆਕਾਰ ਦੀ ਸ਼ੇਪ ਦਾ ਹੁੰਦਾ ਮੈਦਾ, ਜਿੱਦਾਂ ਜੇ ਇੱਕ ਲੈਟਰ ਹੁੰਦਾ ਨਾ ਇੰਗਲਿਸ਼ ਐਲਫਾਬੈਟ ਦਾ, ਉਹਦੀ ਸ਼ੇਪ ਦਾ ਹੁੰਦਾ ਇਹ। ਇਸ ਦੀਆਂ ਦੀਵਾਰਾਂ ਮੋਟੀਆਂ ਅਤੇ ਪੇਸ਼ੀਦਾਰ ਹੁੰਦੀਆਂ। ਮੋਟੀਆਂ ਥਿਕ ਹੁੰਦੀਆਂ ਵਾਲਸ ਇਹਦੀਆਂ, ਤੇ ਪੇਸ਼ੀਦਾਰ ਥੋੜੀਆਂ ਮਸਕੂਲਰ ਵੀ ਹੁੰਦੀਆਂ। ਓਕੇ, ਇਸ ਦੀਆਂ ਜਿਹੜੀਆਂ ਅੰਦਰਲੀਆਂ ਪਰਤਾਂ ਜਿਹੜੀਆਂ ਹੁੰਦੀਆਂ ਉਹ ਮਿਊਕਸ, ਹਾਈਡਰੋਕਲੋਰਿਕ, ਤੇਜ਼ਾਬ ਅਤੇ ਪਾਚਕ ਰਸਾਂ ਦਾ ਰਸਾਅ ਕਰਦੀਆਂ ਹਨ। ਹੁਣ ਇਹ ਤਿੰਨੇ ਹੀ ਚੀਜ਼ਾਂ ਜਦੋਂ ਭੋਜਨ ਵਿੱਚ ਮਿਕਸ ਹੁੰਦੀਆਂ ਉਹਨੂੰ ਪਚਾਉਣ ਦੇ ਵਿੱਚ ਸਹਾਈ ਹੁੰਦੀਆਂ। ਕਦੀ ਕਦੀ ਪ੍ਰਸ਼ਨ ਆ ਜਾਂਦਾ ਕਿ ਮੈਦੇ ਵਿੱਚ ਤੇਜ਼ਾਬ ਦਾ ਕੀ ਕੰਮ ਹੈ? ਹਾਈਡਰੋਕਲੋਰਿਕ ਐਸਿਡ ਦਾ ਕੀ ਕੰਮ ਹੈ? ਤੇਜ਼ਾਬ ਦਾ ਕੀ ਕੰਮ ਹੈ? ਇਹ ਕਦੀ ਕਦੀ ਐਦਾਂ ਹੁੰਦਾ ਕਿ ਅਸੀਂ ਭੋਜਨ ਇਸ ਤਰ੍ਹਾਂ ਦਾ ਕਰ ਲੈਂਦੇ ਹਾਂ ਜਿਹਦੇ ਵਿੱਚ ਜੀਵਾਣੂ ਹੋ ਸਕਦੇ ਆ ਜਾਂ ਬੈਕਟੀਰੀਆ ਹੋ ਸਕਦਾ। ਤੇਜ਼ਾਬ ਦਾ ਇਹ ਕੰਮ ਆ ਉਸ ਜੀਵਾਣੂਆਂ ਨੂੰ ਮਾਰਨਾ, ਬੈਕਟੀਰੀਆਸ ਨੂੰ ਮਾਰਨਾ। ਇਹ ਕੀ ਆ? ਪ੍ਰੋਟੀਨ ਦੇ ਪਾਚਨ ਲਈ ਪਾਚਕ ਰਸਾਂ ਵਿੱਚ ਮੌਜੂਦ ਐਂਜ਼ਾਈਮਾਂ ਨੂੰ ਤੇਜ਼ਾਬੀ ਮਾਧਿਅਮ ਦਿੰਦਾ ਹੈ। ਹੁਣ ਕੀ ਕਰਦੇ ਆ? ਇਹ ਕੀ ਆ? ਮੈਦੇ ਵਿੱਚ ਹਾਈਡਰੋਕਲੋਰਿਕ ਐਸਿਡ ਦਾ ਜਿਹੜਾ ਰਸਾਅ ਹੁੰਦਾ ਹੈ, ਇਹ ਪ੍ਰੋਟੀਨ ਦੇ ਪਾਚਨ ਦੇ ਲਈ, ਹੁਣ ਭੋਜਨ ਦੇ ਵਿੱਚ ਪ੍ਰੋਟੀਨ ਵੀ ਹੋ ਸਕਦਾ। ਪ੍ਰੋਟੀਨ ਨੂੰ ਪਚਾਉਣ ਲਈ ਕੁਝ ਰਸ ਛੱਡੇ ਜਾਂਦੇ ਆ। ਰਸਾਂ ਦੇ ਵਿੱਚ ਐਂਜ਼ਾਈਮ ਹੁੰਦਾ, ਐਂਜ਼ਾਈਮ ਨੂੰ ਤੇਜ਼ਾਬੀ ਮਾਧਿਅਮ ਦਿੰਦਾ ਤਾਂ ਕਿ ਪ੍ਰੋਟੀਨ ਜਿਹੜਾ ਆਸਾਨੀ ਨਾਲ ਉਸ ਦਾ ਪਾਚਨ ਹੋ ਸਕੇ। ਓਕੇ, ਹੁਣ ਅਸੀਂ ਗੱਲ ਕਰਨੀ ਆ ਛੋਟੀ ਆਂਦਰ, ਵਿਚ ਇਜ਼ ਕਾਲਡ ਸਮਾਲ ਇੰਟੈਸਟਾਈਨ ਇਨ ਇੰਗਲਿਸ਼ ਲੈਂਗੁਏਜ। ਹੁਣ ਆ ਜਿਹੜੀ ਸਾਡੀ ਨਲੀ ਆਉਂਦੀ ਆ ਇਹਨੂੰ ਕਹਿੰਦੇ ਆ ਅਸੀਂ ਛੋਟੀ ਆਂਦਰ, ਵਿਚ ਇਜ਼ ਕਾਲਡ ਸਮਾਲ ਇੰਟੈਸਟਾਈਨ ਇਨ ਇੰਗਲਿਸ਼ ਲੈਂਗੁਏਜ। ਇਹਦੇ ਬਾਰੇ ਅਸੀਂ ਡਿਟੇਲ ਵਿੱਚ ਚਰਚਾ ਕਰਨੀ ਆ। ਹੁਣ ਇਸ ਦੀ ਜਿਹੜੀ ਲੰਬਾਈ ਆ 6 ਤੋਂ 7 ਮੀਟਰ ਹੋ ਸਕਦੀ ਹੈ। ਇਟਸ ਲੈਂਥ ਇਜ਼ 6 to 7 ਮੀਟਰ। ਇਹਦੇ ਵਿੱਚ 3 ਤਰ੍ਹਾਂ ਦਾ ਰਸਾਅ ਹੁੰਦਾ। 3 types of juices are secreted here। ਪਹਿਲਾ ਜੂਸ ਹੁੰਦਾ ਪਿੱਤ ਰਸ, ਦੂਸਰਾ ਹੁੰਦਾ ਲੂਬਾ ਰਸ, ਤੀਸਰਾ ਹੁੰਦਾ ਵੀ ਰਸ। ਅੰਗਰੇਜ਼ੀ ਭਾਸ਼ਾ ਦੀ ਗੱਲ ਕਰੀਏ, ਬਾਇਲ ਜੂਸ, ਪੈਨਕ੍ਰੀਆਟਿਕ ਜੂਸ ਐਂਡ ਇੰਟੈਸਟਾਈਨਲ ਜੂਸਿਸ। 3 types of juices are released here। ਹੁਣ ਜਿਹੜਾ ਪਿੱਤ ਰਸ ਆ ਉਹ ਜਿਗਰ ਦੁਆਰਾ ਛੱਡਿਆ ਜਾਂਦਾ। ਪਿੱਤ ਰਸ ਜਿਗਰ ਦੁਆਰਾ ਛੱਡਿਆ ਜਾਂਦਾ ਹੈ ਤੇ ਪਿੱਤੇ ਵਿੱਚ ਇਕੱਠਾ ਹੁੰਦਾ। ਜਿਗਰ ਦੁਆਰਾ ਛੱਡਿਆ ਜਾਂਦਾ ਤੇ ਪਿੱਤੇ ਵਿੱਚ ਇਕੱਠਾ ਹੁੰਦਾ। ਪਿੱਤੇ ਵਿੱਚ ਇਕੱਠਾ ਹੋ ਕੇ ਫਿਰ ਜਾਂਦਾ ਇਹ ਛੋਟੀ ਆਂਦਰਾਂ ਦੇ ਵਿੱਚ। ਛੋਟੀ ਆਂਦਰ ਵਿੱਚ ਇਹ ਚਰਬੀ ਦੇ ਪਾਚਨ ਦੇ ਲਈ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਹੁਣ ਜਿਹੜਾ ਪਿੱਤ ਰਸ ਆ ਉਹਨੂੰ ਅੰਗਰੇਜ਼ੀ ਭਾਸ਼ਾ ਵਿੱਚ ਕਹਿੰਦੇ ਬਾਇਲ ਜੂਸ। ਦਿਸ ਇਜ਼ secreted by liver। ਜਿਗਰ ਨੂੰ ਲਿਵਰ ਕਹਿੰਦੇ ਆ। ਐਂਡ ਇਟ ਇਜ਼ stored in ਗੋਲ ਬਲੈਡਰ।
ਪਿੱਤੇ ਨੂੰ ਅਸੀਂ ਕਹਿੰਦੇ ਹਾਂ ਗੋਲ ਬਲੈਡਰ, ਇਹਦੇ ਵਿੱਚ ਸਟੋਰ ਕਰ ਲਿਆ ਜਾਂਦਾ। ਇਟ ਪਲੇਸ ਇੰਪੋਰਟੈਂਟ ਰੋਲ ਇਨ ਦਾ ਡਾਈਜੈਸ਼ਨ ਆਫ ਫੈਟ, ਚਰਬੀ ਜਿਹਨੂੰ ਕਹਿੰਦੇ ਆ, ਉਹਦੇ ਪਾਚਨ ਦੇ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਅਗਲਾ ਜੂਸ ਆ ਲੂਬਾ ਰਸ। ਜਿਹੜਾ ਲੂਬਾ ਰਸ ਆ ਉਹ ਲੂਬਾ ਦੁਆਰਾ, ਕਿਹੜੇ ਅੰਗ ਦੁਆਰਾ ਛੱਡਿਆ ਜਾਂਦਾ, ਇਹਨੂੰ ਕਹਿੰਦੇ ਲੂਬਾ, ਲੂਬਾ ਰਸ ਦੁਆਰਾ ਛੱਡਿਆ ਜਾਂਦਾ ਹੈ। ਇਸ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਕਹਿੰਦੇ ਅਸੀਂ ਪੈਨਕ੍ਰੀਆਟਿਕ ਜੂਸ। ਇਹ ਵੀ ਫਿਰ ਜਦੋਂ ਇਸ ਦੇ ਰਾਹੀਂ ਸਮੌਲ ਇੰਟੈਸਟਾਈਨ ਵਿੱਚ ਆ ਜਾਂਦਾ ਆ। ਇਸ ਦਾ ਮੇਨ ਜਿਹੜਾ ਕੰਮ ਆ ਚਰਬੀ, ਕਾਰਬੋਹਾਈਡਰੇਟ ਅਤੇ ਪ੍ਰੋਟੀਨ ਦਾ ਪਾਚਨ ਕਰਨਾ। ਹੁਣ ਅਗਲਾ ਰਸ ਆ ਸਾਡਾ ਵੀ ਰਸ, ਤੀਸਰਾ ਜਿਹੜਾ ਰਸ ਆ ਵੀ ਰਸ। ਹੁਣ ਜਿਹੜੀ ਇਹ ਸਮੌਲ ਇੰਟੈਸਟਾਈਨ ਆ, ਛੋਟੀ ਆਂਦਰ, ਇਹਦੇ ਅੰਦਰ ਹੀ ਜਿਹੜਾ ਆ ਇੰਟੈਸਟਾਈਨਲ ਜੂਸ ਜਿਹਨੂੰ ਕਹਿੰਦੇ ਅਸੀਂ ਵੀ ਰਸ, ਉਹਦਾ ਰਸਾਵ ਹੁੰਦਾ ਆ। ਇਹ ਭੋਜਨ ਦੇ ਹਰ ਅੰਸ਼ ਨੂੰ ਪਚਾਉਣ ਵਿੱਚ ਸਹਾਈ ਹੁੰਦਾ ਹੈ। ਹੁਣ ਅਗਲਾ ਜਿਹੜਾ ਇੱਥੇ ਕੰਮ ਹੁੰਦਾ ਹੈ ਛੋਟੀ ਆਂਦਰ ਦੇ ਅੰਦਰ, ਜਿਹੜਾ ਜਿੰਨਾ ਵੀ ਕਾਰਬੋਹਾਈਡਰੇਟ, ਚਰਬੀ ਅਤੇ ਪ੍ਰੋਟੀਨ ਭੋਜਨ ਦੇ ਅੰਦਰ ਹੁੰਦੀ ਆ, ਕਾਰਬੋਹਾਈਡਰੇਟ ਗਲੂਕੋਜ਼ ਵਿੱਚ ਬਦਲ ਜਾਂਦਾ ਆ, ਚਰਬੀ ਫੈਟ ਅਮਲਾਂ ਵਿੱਚ ਬਦਲ ਜਾਂਦਾ, ਪ੍ਰੋਟੀਨ ਅਮੀਨੋ ਅਮਲਾਂ 'ਚ ਬਦਲ ਜਾਂਦਾ। ਕਾਰਬੋਹਾਈਡਰੇਟ ਇਜ਼ ਕਨਵਰਟਡ ਇਨਟੂ ਗਲੂਕੋਜ਼, ਚਰਬੀ ਇਜ਼ ਕਨਵਰਟਡ ਇਨਟੂ ਫੈਟ, ਪ੍ਰੋਟੀਨ ਇਜ਼ ਕਨਵਰਟਡ ਇਨਟੂ ਅਮੀਨੋ ਕੰਪਾਊਂਡਸ। ਠੀਕ ਹੈ। ਹੁਣ ਛੋਟੀ ਆਂਦਰ ਦੇ ਅੰਦਰ ਇੱਕ ਉਂਗਲਾਂ ਵਰਗੀਆਂ ਸੰਰਚਨਾਵਾਂ ਹੁੰਦੀਆਂ, ਉਂਗਲਾਂ ਵਰਗੇ ਉਭਾਰ ਹੁੰਦੇ ਆ, ਜਿਸ ਨੂੰ ਕਹਿੰਦੇ ਅਸੀਂ ਰਸ ਅੰਕੁਰ, ਵਿਚ ਇਜ਼ ਕਾਲਡ ਵਿਲਾਈ ਇਨ ਇੰਗਲਿਸ਼ ਲੈਂਗੁਏਜ। ਇਸ ਦੇ ਅੰਦਰ ਹੀ ਉਂਗਲਾਂ ਵਰਗੇ ਉਭਾਰ ਹੁੰਦੇ ਆ, ਜਿਸ ਨੂੰ ਕਹਿੰਦੇ ਅਸੀਂ ਰਸ ਅੰਕੁਰ। ਇਹ ਕੁਐਸਚਨ ਵਾਰ-ਵਾਰ ਪੇਪਰ 'ਚ ਆਉਂਦਾ, ਰਿਪੀਟਡਲੀ ਪੇਪਰ 'ਚ ਆਉਂਦਾ ਕਿ ਰਸ ਅੰਕੁਰ ਕੀ ਹੁੰਦੇ ਹਨ। ਤੁਸੀਂ ਕੀ ਕਹਿਣਾ, ਛੋਟੀ ਆਂਦਰ ਦੇ ਅੰਦਰ ਉਂਗਲਾਂ ਵਰਗੇ ਉਭਾਰਾਂ ਨੂੰ ਅਸੀਂ ਰਸ ਅੰਕੁਰ ਕਹਿੰਦੇ ਹਾਂ। These are finger like projections in small intestine। ਵਿਲਾਈਸ ਨੂੰ ਜੇ ਤੁਹਾਨੂੰ ਐਕਸਪਲੇਨ ਕਰਨਾ, ਤੁਸੀਂ ਕੀ ਡੈਫੀਨੇਸ਼ਨ ਇਹਦੀ ਲਿਖਣੀ ਹੈ, finger like projections in small intestines are called villi। ਹੁਣ ਇਹਨਾਂ ਦਾ ਮੇਨ ਜਿਹੜਾ ਕੰਮ ਕੀ ਹੈ, ਹੁਣ ਜਿੰਨੇ ਵੀ ਜਿਹੜੇ ਭੋਜਨ ਦੇ ਕੰਪੋਨੈਂਟਸ ਆ, ਜਿੱਦਾਂ ਗਲੂਕੋਜ਼ ਹੋ ਗਿਆ, ਫੈਟ ਅਮਲਾ ਹੋ ਗਿਆ, ਅਮੀਨੋ ਅਮਲਾ ਹੋ ਗਿਆ, ਇਹਨੂੰ ਅਬਜ਼ੌਰਬ ਕਰਨਾ। ਅਬਜ਼ੌਰਬ ਦਾ ਮਤਲਬ ਹੁੰਦਾ ਸੋਕਣ ਕਰਨਾ ਇਹਨਾਂ ਦਾ। ਇਹਦਾ ਸੋਕਣ ਨੂੰ ਕਹਿੰਦੇ ਅਸੀਂ ਐਬਜ਼ੌਰਪਸ਼ਨ। ਵੈਨ ਕੰਪੋਨੈਂਟਸ ਆਫ ਫੂਡ ਆਰ ਐਬਜ਼ੌਰਬਡ ਇਨ ਸਮਾਲ ਇੰਟੈਸਟਾਈਨ, ਦੈਟ ਪ੍ਰੋਸੈਸ ਇਜ਼ ਕਾਲਡ ਐਬਜ਼ੌਰਪਸ਼ਨ। ਇਹ ਜਿੰਨੇ ਵੀ ਕੰਪੋਨੈਂਟ ਆ ਇੱਥੇ ਜਿਹੜੇ ਐਬਜ਼ੌਰਬ ਹੋ ਜਾਂਦੇ ਆ ਤੇ ਖੂਨ ਦੇ ਵਿੱਚ ਮਿਲਾ ਦਿੱਤੇ ਜਾਂਦੇ ਆ। ਖੂਨ ਦੇ ਵਿੱਚ ਜਦੋਂ ਮਿਲ ਜਾਂਦਾ ਉਹਨੂੰ ਕਹਿੰਦੇ ਅਸੀਂ ਸੋਖਣ। ਠੀਕ ਹੈ। ਹੁਣ ਇਹ ਜਿੰਨੇ ਵੀ ਕੰਪੋਨੈਂਟਸ ਆ ਜਾਂ ਭਾਗ ਆ ਭੋਜਨ ਦੇ, ਜਦੋਂ ਹਰੇਕ ਅੰਗ ਤੱਕ ਪਹੁੰਚਾ ਦਿੱਤੇ ਜਾਂਦੇ ਆ, ਉਸ ਨੂੰ ਕਹਿੰਦੇ ਆ ਅਸੀਂ ਸਵੈ ਅੰਗੀਕਰਨ। ਉਸ ਨੂੰ ਕੀ ਕਹਿੰਦੇ ਆ, ਸਵੈ ਅੰਗੀਕਰਨ। ਦਿਸ ਇਜ਼ ਅ ਪ੍ਰੋਸੈਸ ਇਨ ਵਿਚ ਫੂਡ ਕੰਪੋਨੈਂਟਸ ਆਰ ਟਰਾਂਸਪੋਰਟਡ ਟੂ ਡਿਫਰੈਂਟ ਪਾਰਟਸ ਆਫ ਦ ਬੋਡੀ ਇਜ਼ ਕਾਲਡ ਅਸਿਮੀਲੇਸ਼ਨ। ਇਹਦੇ ਬਾਰੇ ਮੈਂ ਫੇਰ ਦੱਸ ਦਿੰਦਾ, ਜਿੰਨੇ ਵੀ ਭੋਜਨ ਦੇ ਕੰਪੋਨੈਂਟਸ ਆ ਜਾਂ ਭਾਗ ਆ, ਭੋਜਨ ਦੇ ਭਾਗ, ਜਦੋਂ ਅਸੀਂ ਵੱਖ-ਵੱਖ ਭਾਗਾਂ ਤੱਕ, ਸਰੀਰ ਦੇ ਵੱਖ-ਵੱਖ ਭਾਗਾਂ ਤੱਕ ਪਹੁੰਚਾ ਦਿੰਦੇ ਆ, ਉਸ ਨੂੰ ਕਹਿੰਦੇ ਆ ਅਸੀਂ ਸਵੈ ਅੰਗੀਕਰਨ। ਓਕੇ। ਹੁਣ ਅਸੀਂ ਗੱਲ ਕਰਨੀ ਆ ਵੱਡੀ ਆਂਦਰ ਦੀ, ਵਿਚ ਇਜ਼ ਕਾਲਡ ਲਾਰਜ ਇੰਟੈਸਟਾਈਨ। ਇਹਦੀ ਜਿਹੜੀ ਲੰਬਾਈ ਹੁੰਦੀ ਆ ਵੀ ਲਾਰਜ ਇੰਟੈਸਟਾਈਨ ਸਾਡੀ, ਜਿਹਨੂੰ ਕਹਿੰਦੇ ਅਸੀਂ ਵੱਡੀ ਆਂਦਰ। ਇਸ ਦੀ ਜਿਹੜੀ ਲੰਬਾਈ ਆ 1.5 ਮੀਟਰ ਤੱਕ ਹੋ ਸਕਦੀ ਆ। ਹੁਣ ਇਹਦਾ ਕੀ ਕੰਮ ਆ ਸਾਡੇ ਸਰੀਰ ਦੇ ਅੰਦਰ, ਹੁਣ ਜਿਹੜਾ ਇਹਦੇ ਵਿੱਚ ਅਣਪਚਿਆ ਭੋਜਨ, ਅਨਡਾਈਜੈਸਟਡ ਫੂਡ, ਅਨਵਾਂਟਡ ਮਟੀਰੀਅਲ, ਉਹ ਕੀ ਹੋ ਜਾਂਦਾ ਕਿ ਇਹਦੇ ਵਿੱਚ ਆ ਜਾਂਦਾ ਆ ਵੱਡੀ ਆਂਦਰ ਦੇ ਅੰਦਰ। ਹੁਣ ਵੱਡੀ ਆਂਦਰ ਦੇ ਵਿੱਚ ਕੀ ਹੁੰਦਾ ਆ, ਇਹ ਜਦੋਂ ਅਨਡਾਈਜੈਸਟਡ ਫੂਡ ਆ ਜਾਂਦਾ ਆ, ਉਹਦੇ ਵਿੱਚੋਂ ਵਾਧੂ ਲੂਣ ਅਤੇ ਪਾਣੀ ਨੂੰ ਸੋਖ ਲਿਆ ਜਾਂਦਾ। ਫਿਰ ਉਹ ਵਾਲਾ ਜਿਹੜਾ ਅਨਡਾਈਜੈਸਟਡ ਫੂਡ ਆ, ਅਣਪਚਿਆ ਭੋਜਨ ਆ, ਉਹਨੂੰ ਲੈ ਕੇ ਆਇਆ ਜਾਂਦਾ ਰੈਕਟਮ ਦੇ ਅੰਦਰ। ਰੈਕਟਮ ਤੋਂ ਬਾਅਦ ਫਿਰ ਇਨਸ ਦੁਆਰਾ ਬਾਹਰ ਕੱਢ ਦਿੱਤਾ ਜਾਂਦਾ ਹੈ। ਇਹ ਸੀਗਾ ਸਾਡਾ ਛੋਟੀ ਆਂਦਰ ਅਤੇ ਵੱਡੀ ਆਂਦਰ ਦੀ ਐਕਸਪਲੇਨੇਸ਼ਨ ਇਨ ਡਿਟੇਲ। ਓਕੇ। ਹੁਣ ਅਸੀਂ ਗੱਲ ਕਰਨੀ ਆ ਘਾਹ ਖਾਣ ਵਾਲੇ ਜੰਤੂਆਂ ਵਿੱਚ ਪਾਚਨ, ਡਾਈਜੈਸ਼ਨ ਇਨ ਗ੍ਰਾਸ ਈਟਿੰਗ ਐਨੀਮਲਸ।
ਮਨੁੱਖੀ ਪਾਚਨ ਦੇ ਬਾਰੇ ਅਸੀਂ ਡਿਟੇਲ ਵਿੱਚ ਪੜ੍ਹ ਚੁੱਕੇ ਹਾਂ। ਹੁਣ ਅਸੀਂ ਘਾਹ ਖਾਣ ਵਾਲੇ ਜੰਤੂਆਂ ਵਿੱਚ ਪਾਚਨ ਦੇ ਬਾਰੇ ਪੜ੍ਹਦੇ ਹਾਂ। ਹੁਣ ਘਾਹ ਖਾਣ ਵਾਲੇ ਅਤੇ ਜੁਗਾਲੀ ਕਰਨ ਵਾਲੇ ਜੰਤੂਆਂ ਨੂੰ ਅਸੀਂ ਕਹਿੰਦੇ ਆ ਰੂਮੀਨੈਂਟਸ। ਕੀ ਕਹਿੰਦੇ ਆ ਬਈ? ਰੂਮੀਨੈਂਟਸ। ਇਹਦੇ ਵਿੱਚ ਉਦਾਹਰਣ ਹੈ ਹਿਰਨ, ਗਾਂ, ਮੱਝ, ਊਂਠ। ਇਸ ਤਰ੍ਹਾਂ ਦੇ ਜਿਹੜੇ ਜੀਵ ਆ ਇਹ ਕੀ ਹੁੰਦੇ ਆ? ਰੂਮੀਨੈਂਟਸ। ਇਹਨਾਂ ਦਾ ਜਿਹੜਾ ਮੈਦਾ ਆ ਉਹ 4 ਖਾਨਿਆਂ ਵਿੱਚ ਵੰਡਿਆ ਹੁੰਦਾ ਆ, ਤੇ ਸਭ ਤੋਂ ਵੱਡਾ ਖਾਨਾ ਜਿਹੜਾ ਹੁੰਦਾ 4 ਹਿੱਸਿਆਂ ਵਿੱਚੋਂ ਸਭ ਤੋਂ ਜਿਹੜਾ ਵੱਡਾ ਖਾਨਾ ਹੁੰਦਾ ਇਹਨਾਂ ਦਾ, ਉਹਨੂੰ ਕਹਿੰਦੇ ਅਸੀਂ ਰਿਊਮਨ। ਅੰਗਰੇਜ਼ੀ ਭਾਸ਼ਾ ਵਿੱਚ ਵੀ ਇਸ ਨੂੰ ਰਿਊਮਨ ਹੀ ਕਹਿੰਦੇ ਆ, RUMEN। ਜਿਹੜਾ ਰੂਮੀਨੈਂਟਸ ਹੁੰਦੇ ਆ ਉਹ ਪਹਿਲਾਂ ਕੀ ਕਰਦੇ ਆ? ਆਪਣੇ ਭੋਜਨ ਨੂੰ ਸਿੱਧਾ ਨਿਗਲ ਲੈਂਦੇ ਆ। ਨਿਗਲ ਕੇ ਜਦੋਂ ਭੋਜਨ ਨਿਗਲਿਆ ਜਾਂਦਾ ਆ, ਉਹ ਜਿਹੜਾ ਸਭ ਤੋਂ ਵੱਡੇ ਖੇਤਰ ਵਿੱਚ ਜਾਂਦਾ ਜਿਹਨੂੰ ਅਸੀਂ ਕਹਿੰਦੇ ਆ ਰਿਊਮਨ, ਉਹਦੇ ਵਿੱਚ ਕੀ ਹੁੰਦਾ ਆ? ਭੋਜਨ ਦਾ ਜਿਹੜਾ ਅੰਸ਼ਕ ਪਾਚਨ ਹੁੰਦਾ। ਅੰਸ਼ਕ ਮੀਨਸ ਕੰਪਲੀਟ ਜਿਹੜਾ ਪਾਚਨ ਨਹੀਂ ਹੁੰਦਾ, ਉੱਥੇ ਪੂਰਾ ਪਾਚਨ ਨਹੀਂ ਹੁੰਦਾ। ਉਹ ਅੰਸ਼ਕ ਪਾਚਨ ਨੂੰ ਕਹਿੰਦੇ ਅਸੀਂ ਕੱਢ। CUD, ਕੱਢ। ਓਕੇ, ਹੁਣ ਕੀ ਹੁੰਦਾ ਇੱਥੇ? ਹੁਣ ਉਹ ਜਦੋਂ ਪਹਿਲੇ ਖਾਨੇ ਵਿੱਚ ਚਲ ਜਾਂਦਾ ਆ ਭੋਜਨ, ਉਹ ਜਿਹੜੇ ਰੂਮੀਨੈਂਟਸ ਹੁੰਦੇ ਆ ਉਹ ਵਾਪਸ ਉਸ ਨੂੰ ਗੋਲਿਆਂ ਦੇ ਰੂਪ ਵਿੱਚ ਭੋਜਨ ਨੂੰ ਮੂੰਹ ਦੇ ਵਿੱਚ ਲੈ ਕੇ ਆਉਂਦੇ ਆ। ਹੁਣ ਜਿੱਦਾਂ ਹੀ ਉਹ ਵਾਲਾ ਭੋਜਨ ਮੂੰਹ ਦੇ ਵਿੱਚ ਆਉਂਦਾ ਆ, ਫਿਰ ਉਸ ਉਹ ਜਿਹੜੇ ਜੰਤੂ ਹੁੰਦੇ ਆ ਉਸ ਨੂੰ ਚਬਾਉਂਦੇ ਆ ਚੱਜ ਦੇ ਨਾਲ। ਫਿਰ ਤਰਲ ਦੇ ਰੂਪ ਵਿੱਚ ਬਾਕੀ ਜਿਹੜੇ 3 ਖਾਨੇ ਬਚੇ ਹੁੰਦੇ ਆ, ਪਹਿਲੇ ਖਾਨੇ 'ਚੋਂ ਤਾਂ ਉਹ ਮੂੰਹ ਦੇ ਵਿੱਚ ਲੈ ਕੇ ਆਉਂਦੇ ਭੋਜਨ ਨੂੰ, ਫਿਰ ਉਹ ਚਬਾਉਂਦੇ ਆ। ਉਹ ਅੱਛਾ, ਇੱਕ ਗੱਲ ਮੈਂ ਦੱਸਣਾ ਚਾਹੁੰਦਾ, ਜਦੋਂ ਉਹ ਗੋਲਿਆਂ ਦੇ ਰੂਪ ਵਿੱਚ ਭੋਜਨ ਨੂੰ ਮੂੰਹ ਦੇ ਵਿੱਚ ਲੈ ਕੇ ਆਉਂਦੇ ਆ, ਉਸ ਨੂੰ ਹੀ ਕਹਿੰਦੇ ਆ ਜੁਗਾਲੀ ਕਰਨਾ। ਉਸ ਨੂੰ ਕੀ ਕਹਿੰਦੇ ਆ? ਜੁਗਾਲੀ ਕਰਨਾ। ਜਦੋਂ ਉਹ ਆਪਣੇ ਰਿਊਮਨ ਦੇ ਵਿੱਚ ਭੋਜਨ ਜਿਹੜਾ ਪਿਆ ਹੁੰਦਾ ਉਹਨੂੰ ਵਾਪਸ ਮੂੰਹ ਦੇ ਵਿੱਚ ਲੈ ਕੇ ਆਉਂਦੇ ਆ ਤੇ ਉਸ ਨੂੰ ਚਬਾਉਂਦੇ ਆ, ਉਸ ਨੂੰ ਕਹਿੰਦੇ ਆ ਜੁਗਾਲੀ ਕਰਨਾ। ਠੀਕ ਹੈ। ਹੁਣ ਜਦੋਂ ਉਹ ਜੁਗਾਲੀ ਕਰਦੇ ਆ, ਉਹ ਜਿਹੜਾ ਭੋਜਨ ਆ ਤਰਲ ਦੇ ਰੂਪ ਵਿੱਚ ਬਦਲ ਜਾਂਦਾ। ਹੁਣ ਤਰਲ ਵਾਲਾ ਜਿਹੜਾ ਭੋਜਨ ਆ ਉਹ ਬਾਕੀ 3 ਖਾਨਿਆਂ ਵਿੱਚ ਚਲਾ ਜਾਂਦਾ ਆ। ਹੁਣ ਜਿਹੜੇ ਇਹ ਵਾਲੇ ਰੂਮੀਨੈਂਟਸ ਆ ਜ਼ਿਆਦਾ ਤੂੜੀ ਜਾਂ ਘਾਹ ਖਾਂਦੇ ਆ। ਤੂੜੀ ਤੇ ਘਾਹ ਦੇ ਵਿੱਚ ਸੈਲੂਲੋਜ਼ ਬਹੁਤ ਹੁੰਦੇ ਆ। ਮਨੁੱਖ ਇਸ ਨੂੰ ਨਹੀਂ ਪਚਾ ਸਕਦਾ, ਪਰ ਇਹ ਰੂਮੀਨੈਂਟਸ ਪਚਾ ਸਕਦੇ ਆ। ਉਹ ਇਸ ਕਰਕੇ ਕਿਉਂਕਿ ਇਹਨਾਂ ਦੀ ਵੱਡੀ ਆਂਦਰ ਅਤੇ ਛੋਟੀ ਆਂਦਰ ਵਿੱਚ ਥੈਲੀਆਂ ਵਰਗੀਆਂ ਰਚਨਾ ਹੁੰਦੀਆਂ। ਉਸ ਥੈਲੀਆਂ ਦੇ ਅੰਦਰ ਹੁੰਦੇ ਬੈਕਟੀਰੀਆ। ਉਹ ਬੈਕਟੀਰੀਆ ਜਿਹੜੇ ਹੁੰਦੇ ਆ ਸੈਲੂਲੋਜ਼ ਨੂੰ ਆਸਾਨੀ ਨਾਲ ਪਚਾਉਣ ਵਿੱਚ ਸਹਾਈ ਹੁੰਦੇ ਆ। ਇਸ ਬੈਕਟੀਰੀਆ ਦੇ ਕਾਰਨ ਹੀ ਇਹਦੇ ਵਿੱਚ ਜਿਹੜਾ ਘਾਹ ਤੇ ਤੂੜੀ ਦੇ ਵਿੱਚ ਜਿਹੜਾ ਸੈਲੂਲੋਜ਼ ਹੁੰਦਾ ਉਹ ਆਸਾਨੀ ਨਾਲ ਪਚ ਸਕਦਾ ਆ। ਹੁਣ ਜੇ ਮਨੁੱਖ ਦੀ ਗੱਲ ਕਰੀਏ, ਜੇ ਮਨੁੱਖ ਤੂੜੀ ਜਾਂ ਘਾਹ ਖਾਵੇ, ਉਹ ਇਸ ਕਾਰਨ ਹੀ ਆ। ਇਹਨਾਂ ਵਿੱਚ ਦੋਨਾਂ ਵਿੱਚ ਡਿਫਰੈਂਸ ਇਹ ਹੀ ਆ ਕਿ ਇਹਦੇ ਵਿੱਚ ਸੈਲੂਲੋਜ਼ ਜ਼ਿਆਦਾ ਹੁੰਦਾ ਤੇ ਮਨੁੱਖ ਇਸ ਨੂੰ ਪਚਾ ਨਹੀਂ ਸਕਦਾ, ਪਰ ਰੂਮੀਨੈਂਟਸ ਇਸ ਨੂੰ ਪਚਾ ਸਕਦੇ ਹਨ। ਓਕੇ, ਅੱਗੇ ਅਸੀਂ ਗੱਲ ਕਰਨੀ ਆ ਅਮੀਬਾ ਵਿੱਚ ਪੋਸ਼ਣ। ਨਿਊਟ੍ਰੀਸ਼ਨ ਇਨ ਅਮੀਬਾ। ਇਹ ਅਮੀਬਾ ਦਾ ਇੱਕ ਸਟਰਕਚਰ ਆ ਸੈਂਟਰ ਦੇ ਵਿੱਚ ਕੇਂਦਰਕ ਆ, ਤੇ ਆ ਭੋਜਨ ਕਿੱਦਾਂ ਗ੍ਰਹਿਣ ਕਰਨਾ ਇਹਦੇ ਬਾਰੇ ਅਸੀਂ ਚਰਚਾ ਕਰਨੀ। ਇਹਦੇ ਵਿੱਚ ਇਹ ਝੀਲਾਂ ਅਤੇ ਛੱਪੜਾਂ ਵਿੱਚ ਪਾਇਆ ਜਾਣ ਵਾਲਾ ਇੱਕ ਸੈਲੀ ਜੀਵ ਹੈ। ਅਮੀਬਾ ਆ ਇਹ। ਅਮੀਬਾ ਆ ਕੀ ਇਹਦਾ ਕੇਂਦਰਕ ਆ। ਹੁਣ ਅਸੀਂ ਭੋਜਨ ਕਿੱਦਾਂ ਗ੍ਰਹਿਣ ਕਰਦਾ ਇਸ ਬਾਰੇ ਅਸੀਂ ਪੜ੍ਹਦੇ ਹਾਂ। ਇਸ ਦੇ ਹੁੰਦੇ ਆ ਆਭਾਸੀ ਪੈਰ, ਜਿਹਨੂੰ ਕਹਿੰਦੇ ਅਸੀਂ ਸੂਡੋਪੋਡੀਆ। ਸੂਡੋ ਦਾ ਮਤਲਬ ਹੁੰਦਾ ਦਿਖਾਵਾ, ਦਿਖਾਵੇ ਦੇ ਪੈਰ ਹੁੰਦੇ ਆ। ਅਸਲ ਵਿੱਚ ਹੁੰਦੇ ਨਹੀਂ, ਇਹ ਸਿਰਫ ਦਿਖਾਵੇ ਦੇ ਪੈਰ। ਆਭਾਸੀ ਦਾ ਮਤਲਬ ਹੁੰਦਾ ਦਿਖਾਵਾ। ਆਭਾਸੀ ਪੈਰ ਨਾਲ ਗਤੀ ਕਰਦਾ ਹੈ। ਇਹ ਕੀ ਹੈ? ਆਭਾਸੀ ਪੈਰ ਦੇ ਨਾਲ ਗਤੀ ਵੀ ਕਰਦਾ ਅਤੇ ਭੋਜਨ ਵੀ ਗ੍ਰਹਿਣ ਕਰਦਾ। ਭੋਜਨ ਨੂੰ ਪ੍ਰਾਪਤ ਕਿਹਦੇ ਨਾਲ ਕਰਦਾ? ਆਭਾਸੀ ਪੈਰਾਂ ਦੇ ਰਾਹੀਂ। ਉਹ ਹੁਣ ਕਿੱਦਾਂ ਕਰਦਾ? ਜਿੱਦਾਂ ਹੁਣ ਮੰਨ ਲਓ ਕਿ ਆਹ ਭੋਜਨ ਕਾਣਿਆ, ਇਹ ਆਪਣੇ ਪੈਰਾਂ ਦੇ ਨਾਲ, ਪੈਰਾਂ ਨੂੰ ਥੋੜ੍ਹਾ ਅੱਗੇ ਲੈ ਕੇ ਜਾਂਦਾ, ਗਤੀ ਵੀ ਕਰਦਾ ਉਹਦੇ ਨਾਲ, ਤੇ ਭੋਜਨ ਨੂੰ ਆਭਾਸੀ ਪੈਰਾਂ ਦੇ ਨਾਲ ਅੰਦਰ ਨੂੰ ਖਿੱਚਦਾ ਆ। ਠੀਕ ਹੈ। ਹੁਣ ਅੱਗੇ ਕੀ ਆ? ਜਿੱਦਾਂ ਹੀ ਭੋਜਨ ਅੰਦਰ ਆ ਜਾਂਦਾ ਆ, ਉਹ ਭੋਜਨ ਰਸਦਾਨੀ ਵਿੱਚ ਬਦਲ ਜਾਂਦਾ। ਇਹਦੀ ਰਸਦਾਨੀ ਵਿੱਚ ਬਦਲ ਜਾਂਦਾ, ਜਾਂ ਫਿਰ ਭੋਜਨ ਵੈਕਿਊਲ ਵਿੱਚ ਬਦਲ ਜਾਂਦਾ। ਫਿਰ ਇੱਥੇ ਆਣ ਕੇ ਕੀ ਹੁੰਦਾ? ਇਹਦੇ ਵਿੱਚ ਥੋੜ੍ਹੇ ਪਾਚਕ ਰਸਾਂ ਦਾ ਰਿਸਾਅ ਹੁੰਦਾ, ਸਕ੍ਰੀਸ਼ਨ ਹੁੰਦੀ ਆ ਕੁਝ ਐਂਜ਼ਾਈਮਸ ਦੀ, ਜਿਹਦੇ ਨਾਲ ਜਿਹੜਾ ਇਹ ਵਾਲਾ ਭੋਜਨ ਆ ਆਸਾਨੀ ਨਾਲ ਜਿਹੜਾ ਅਮੀਬਾ ਪਚਾ ਲੈਂਦਾ ਆ। ਹੁਣ ਜਿਹੜਾ ਅਨਡਾਈਜੈਸਟਿਡ ਫੂਡ ਆ, ਅਣਪਚਿਆ ਜਿਹੜਾ ਭੋਜਨ ਹੁੰਦਾ, ਉਹ ਵੀ ਇਸੇ ਪ੍ਰਕਿਰਿਆ ਦੇ ਨਾਲ ਅਮੀਬਾ ਜਿਹੜਾ ਆ ਬਾਹਰ ਕੱਢ ਦਿੰਦਾ ਹੈ। ਓਕੇ, ਇਹ ਸਾਡਾ ਸੀਗਾ ਹੁਣ ਲਾਸਟ ਟੌਪਿਕ।
ठीक है। होप ਤੁਹਾਨੂੰ ਸਾਰਾ ਕੁਝ ਕਲੀਅਰ ਹੋ ਗਿਆ। ਓਕੇ, ਥੈਂਕ ਯੂ ਵੈਰੀ ਮਚ।